ਅਸੀਂ ਦੋ ਤਰ੍ਹਾਂ ਸੋਚ ਸਕਦੇ ਹਾਂ। ਇੱਕ ਇਸ ਤਰ੍ਹਾਂ ਸੋਚ ਸਕਦੇ ਹਾਂ ਕਿ ਸਾਡੇ ਦੇ ਨਾਲ ਮੁਸਤਕਬਲ ਆ ਜ਼ਿਮੀਦਾਰ ਦਾ, ਆਪਣਾ ਹਰ ਬੰਦੇ ਦਾ, ਪਾਕਿਸਤਾਨ ਦਾ, ਅਸੀਂ ਚੌਧਰੀ ਬਣ ਕੇ ਖੜੇ ਹੋ ਜਾਂਦੇ ਹਾਂ। ਇੱਕ ਇਹ ਸੋਚ ਹੋ ਸਕਦੀ ਹੈ ਸਾਡੀ ਕਿ ਯਾਰ ਸਾਰਾ ਕੁਝ ਤੇ ਸਾਡੇ ਤੇ ਡਿਪੈਂਡ ਕਰਦਾ ਹੈ, ਤੇ ਕਿਉਂ ਨਾ ਆਪਾਂ ਡਟ ਕੇ ਮਿਹਨਤ ਕਰੀਏ ਤਾਂ ਕਿ ਜਿਹੜੇ ਸਾਡੇ ਮੁਲਕ ਦਾ ਵੀ ਭਲਾ ਹੋਵੇ, ਇੱਥੇ ਦੇ ਗਰੀਬਾਂ ਦਾ ਵੀ ਭਲਾ ਹੋਵੇ। ਠੀਕ ਹੈ, ਸਾਡਾ ਭਲਾ ਆਟੋਮੈਟਿਕ ਹੋ ਜਾਣਾ। ਉਹ ਕਿਵੇਂ? ਫਸਲ ਜ਼ਿਆਦਾ ਹੋ ਗਈ, ਕੀਮਤ ਕੋਈ ਵੀ ਹੋਵੇ। ਸਿਆਣੇ ਕਹਿੰਦੇ ਹੁੰਦੇ ਨੇ, ਅਸੀਂ ਸੁਣਦੇ ਆ ਰਹੇ ਹੁਣ ਤੱਕ, ਕਿ ਅਗਰ ਖੇਤ ਦੇ ਵਿੱਚ ਫਸਲ ਹੈਗੀ ਆ ਨਾ, ਯਾਨੀ ਕਿ ਫੀ ਏਕੜ ਪੈਦਾਵਾਰ ਹੈਗੀ ਆ ਨਾ, ਤੇ ਫਿਰ ਰੇਟ ਕੋਈ ਵੀ ਹੋਵੇ ਨਾ ਤੇ ਬੰਦਾ ਨੁਕਸਾਨ 'ਚ ਨਹੀਂ ਜਾਂਦਾ। ਜੇ ਫਸਲ ਹੀ ਨਹੀਂ ਹੈਗੀ, ਜਿੰਨਾ ਮਰਜ਼ੀ ਰੇਟ ਲੱਗ ਜਾਏ। ਹੁਣ 2-2 ਮਣ ਤਿਲਾਂ ਦੀ ਫਸਲ ਲੈ ਕੇ ਜਿੰਨਾ ਮਰਜ਼ੀ ਰੇਟ ਲੱਗ ਜਾਂਦਾ ਤਾਂ ਕੀ ਮਿਲ ਸਕਦਾ ਸੀ ਸਾਨੂੰ ਤੁਹਾਨੂੰ? ਸਮਝੋ ਗੱਲ। ਸਾਰੀ ਦੀ ਸਾਰੀ ਗੱਲ ਉਹ ਕਿਸਾਨ ਹਮਾਰਾ ਮੁਸਤਕਬਲ ਹੈ। ਤੁਸੀਂ ਸਾਡਾ ਮੁਸਤਕਬਲ ਹੋ, ਪਾਕਿਸਤਾਨ ਦਾ ਮੁਸਤਕਬਲ ਹੋ, ਤੇ ਤੁਸੀਂ ਆਪਣਾ ਬੱਚਿਆਂ ਦਾ ਮੁਸਤਕਬਲ ਹੋ, ਆਪਣਾ ਜ਼ਾਤੀ ਮੁਸਤਕਬਲ ਹੋ। ਤੇ ਤੁਸੀਂ ਦੇਖੋ ਸਾਰੇ ਕੰਮ, ਸਾਡਾ ਕੰਮ ਆ ਨਾ, ਅਸੀਂ 2 ਦਿਨ ਬਾਰਿਸ਼ਾਂ ਹੁੰਦੀਆਂ ਰਹਿਣ, ਸ਼ਟਰ ਸੁੱਟੀਏ ਤੇ ਨਾ ਜਾਈਏ, ਸਾਡਾ ਸਰਦਾ ਹੈ। ਦੁਕਾਨਦਾਰ ਦਾ ਵੀ ਇੱਦਾਂ ਹੀ ਹੈ। ਸਰਕਾਰੀ ਨੌਕਰੀਆਂ ਵਾਲਾ ਦਾ ਬਹੁਤ ਜ਼ਿਆਦਾ ਸਰਦਾ ਹੈ। ਠੀਕ ਹੈ, ਤੇ ਆਪਣਾ ਨਹੀਂ ਸਰਦਾ। ਜ਼ਿਮੀਦਾਰ ਦਾ ਪਾਣੀ, ਅਗਰ ਬਾਰਿਸ਼ ਵੀ ਹੋ ਰਹੀ ਹੈ, ਪਾਣੀ ਦੀ ਲੋੜ ਵੀ ਨਹੀਂ ਹੈ, ਵਾਰਾ ਹੈ, ਤੇ ਆਪਾਂ ਜਾਣਾ ਹੀ ਜਾਣਾ, ਬੇਸ਼ੱਕ ਸਰਦੀਆਂ ਦੇ 12 ਕਿਉਂ ਨਹੀਂ ਵੱਜੇ ਹੋਏ। ਸਮਝੋ। ਤੇ ਜ਼ਿਮੀਦਾਰਾ ਜਿਹੜਾ ਹੈਗਾ, ਇਹ ਵੇਲੇ ਦੀ ਗੱਲ ਹੈ। ਇਹਨੂੰ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਟਾਈਮ ਨਾਲ ਹਰ ਚੀਜ਼ ਦਾ ਕਰਨਾ ਜਿਹੜਾ ਨਾ ਜੀ, ਉਹ ਅਗਰ ਤੁਸੀਂ ਥੋੜਾ ਵੀ ਕਰ ਲਿਆ ਨਾ, ਅਗਰ ਫਾਸਫੋਰਸ ਦੀ ਖਾਦ ਹੈ, DAP ਜਾਂ ਨਾਈਟ੍ਰੋਫਾਸ ਜਾਂ ਸਾਡੀ ਅੰਬਰ ਡੀ ਹੈ, ਅਗਰ ਅਸੀਂ ਇਹਨੂੰ ਸ਼ੁਰੂ 'ਚ ਨਹੀਂ ਦਿੱਤਾ ਨਾ ਜੀ, ਇਹਦਾ ਉਹ ਫਾਇਦਾ ਨਹੀਂ ਹੋਣਾ ਹੈਗਾ ਜਿਹੜਾ ਅਸੀਂ ਦੂਜੇ ਪਾਣੀ 'ਚ ਦਿੰਦੇ ਫਿਰੀਏ ਜਾ ਕੇ। ਇਸੇ ਤਰ੍ਹਾਂ ਸਪਰੇਅ ਆ, ਉਹਨੂੰ ਅਸੀਂ ਪਹਿਲੇ ਪਾਣੀ ਤੋਂ ਬਾਅਦ ਫੌਰਨ 72 ਹਾਲਤ ਦੇ ਵਿੱਚ ਨਾ ਕਰੀਏ, ਤੇ ਏਡੀ ਕਣਕ ਹੋਈ ਹੋਵੇ ਤੇ ਸਪਰੇਅ ਕਰਦੇ ਫਿਰੀਏ, ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ।